ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਚੋਖੀ ਗਰਮੀ ਪਈ ਹੈ। ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਕੜਾਕੇਦਾਰ ਧੁੱਪ ਨਿਕਲੀ ਹੈ। ਮੁੜਕੋ ਮੁੜਕੀ ਹੋਣ ਵਾਲੀ ਗੱਲ ਸੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਇੱਕ ਹਫ਼ਤੇ ਦੇ ਵਿੱਚ 2 ਤੋਂ ਲੈ ਕੇ 3 ਡਿਗਰੀ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋ ਜਾਣਾ। ਮੌਸਮ ਵਿਭਾਗ ਦਾ ਇਹ ਕਹਿਣਾ, ਐਤਕੀ ਗਰਮੀ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਵੱਧ ਪੈਣੀ ਹੈ ਤੇ ਜਿੰਨੀ ਗਰਮੀ ਮੈਂ ਕੱਲ੍ਹ ਤੇ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਪੈ ਰਹੀ ਆ। ਆਮ ਤੌਰ ਦੇ ਉੱਤੇ ਅਪ੍ਰੈਲ ਦੇ ਅੱਧ ਦੇ ਵਿੱਚ ਇੰਨੀ ਗਰਮੀ ਪੈਂਦੀ ਹੁੰਦੀ ਹੈ। ਹਾਲੇ ਮਈ ਤੇ ਜੂਨ ਦੇ ਮਹੀਨੇ ਆਉਣੇ ਆ, ਉਦੋਂ ਤਰਾਹ ਨਿਕਲੂਗਾ, ਆਪਾਂ ਇਹਦਾ ਅੰਦਾਜ਼ਾ ਲਾ ਸਕਦੇ ਹਾਂ। ਸੋ ਬਿਜਲੀ ਦੇ ਕੱਟਾਂ ਦੀ ਭਰਮਾਰ ਰਹਿਣੀ ਹੈ। ਇਹ ਬਿਜਲੀ ਮਹਿਕਮੇ ਦੇ ਕੁਝ ਕੁ ਸੀਨੀਅਰ ਅਧਿਕਾਰੀ ਕਹਿੰਦੇ ਆ। ਬਾਕੀ ਸਮੇਂ ਨੇ ਬਿਆਨ ਕਰਨਾ ਵੀ ਕੀ ਬਣਦਾ। ਹਾਲ ਦੀ ਘੜੀ ਐਂ ਲੱਗਦਾ ਕਿ ਗਰਮੀ ਨੇ ਕੜਿੱਲ ਕੱਢੀ ਰੱਖਣੇ ਆ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਇਹ ਹੈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀ ਮੰਡਲ ਦਾ ਅੱਜ ਗਠਨ ਹੋ ਜਾਣਾ। 10 ਚਿਹਰੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਜਾਣੇ ਆ। ਕਈ ਦਰਸ਼ਕ ਆ ਜਿਹੜੇ ਉਹਨਾਂ ਨੇ ਪ੍ਰੋਗਰਾਮ ਦੇਖ ਲਿਆ ਹੋਊਗਾ ਉਦੋਂ ਤੱਕ, ਜਦੋਂ ਤੱਕ ਇਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏ ਹੋਣਗੇ। ਕਈਆਂ ਨੇ ਉਸ ਤੋਂ ਪਹਿਲਾਂ ਵੀ ਇਹ ਦੇਖਣਾ, ਪਰ ਕਹਿਣ ਦਾ ਭਾਵ ਇਹ ਹੈ ਕਿ 10 ਅੱਜ ਚਿਹਰੇ ਮੰਤਰੀ ਮੰਡਲ 'ਚ ਸ਼ਾਮਲ ਹੋਣੇ ਆ। ਉੱਦਾਂ ਪੰਜਾਬ ਮੰਤਰੀ ਮੰਡਲ ਦੇ ਵਿੱਚ 17 ਚਿਹਰੇ ਸ਼ਾਮਲ ਹੋ ਸਕਦੇ ਆ, ਪਰ ਐਤਕੀ ਹਾਲ ਦੀ ਘੜੀ ਛੋਟਾ ਰੱਖਣਾ ਮੰਤਰੀ ਮੰਡਲ। ਇਹਦੇ ਵਿੱਚ ਸਮਾਂ ਪਾ ਕੇ ਵਿਸਥਾਰ ਕੀਤਾ ਜਾਊਗਾ। ਪਰ ਡਾਕਟਰ ਬਲਜੀਤ ਕੌਰ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਰੱਖਿਆ ਗਿਆ, ਜਿਹੜੇ ਕਿ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਨੇ ਤੇ ਉਹ ਡਾਕਟਰ ਨੇ। ਬੜੀ ਉਹਨਾਂ ਦੀ ਸੇਵਾ ਹੈਗੀ, ਬੜੀ ਦੇਣ ਹੈਗੀ ਆ। ਇਹਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਵੀ ਹੈ, ਜਿਹੜੇ ਕਿ ਅਜਨਾਲਾ ਤੋਂ ਵਿਧਾਇਕ ਬਣੇ ਆ। ਇਹਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਰਾਉਣ ਵਾਲੇ ਨੇ ਜਿਹੜੇ ਡਾਕਟਰ ਵਿਜੇ ਸਿੰਗਲਾ, ਜਿਹੜੇ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਹੋਰ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਨਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਕਦੇ ਉੱਭਰ ਕੇ ਸਾਹਮਣੇ ਨਹੀਂ ਆਏ। ਹਰਪਾਲ ਸਿੰਘ ਚੀਮਾ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਸ਼ਾਮਲ ਕੀਤਾ ਗਿਆ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਤੇ ਕਈ ਹੋਰ ਚਿਹਰਿਆਂ ਨੂੰ। ਸਾਰੇ ਹੀ ਚਿਹਰਿਆਂ ਦੇ ਉੱਤੇ ਜ਼ਿੰਮੇਵਾਰੀ ਬਹੁਤ ਵੱਡੀ ਹੋਣੀ ਆ। ਪਤਾ ਲੱਗ ਜਾਣਾ ਕਿਹਨੂੰ ਕਿਹੜਾ ਮਹਿਕਮਾ ਮਿਲਿਆ। ਉਹ ਆਪਣੇ ਮਹਿਕਮਿਆਂ ਦੇ ਵਿੱਚ ਤਨਦੇਹੀ ਦੇ ਨਾਲ ਕੰਮ ਕਰਦੇ ਰਹਿਣ। ਤੇ ਕੁਲਤਾਰ ਸਿੰਘ ਸੰਧਵਾਂ, ਜਿਹੜੇ ਕਿ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣਨ 'ਚ ਕਾਮਯਾਬ ਹੋਏ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਖੁਦ ਜਾਣਕਾਰੀ ਦਿੱਤੀ ਆ ਕਿ ਮੇਰੀ ਜ਼ਿੰਮੇਵਾਰੀ ਸਪੀਕਰ ਦੀ ਲੱਗ ਗਈ ਹੈ। ਯਾਨੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੋਣਗੇ। ਪਹਿਲਾਂ ਇਸ ਗੱਲ ਦੇ ਅੰਦਾਜ਼ੇ ਸੀ ਕਿ ਸ਼ਾਇਦ ਐਤਕੀ ਪਹਿਲੀ ਵਾਰ ਇਤਿਹਾਸ ਦੇ ਵਿੱਚ, ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਔਰਤ ਸਪੀਕਰ ਮਿਲੂਗੀ। ਇਸ ਗੱਲ ਦੇ ਅੰਦਾਜ਼ੇ ਸੀ ਵੀ ਸ਼ਾਇਦ ਸਰਬਜੀਤ ਕੌਰ ਮਾਣੂਕੇ ਜਾਂ ਪ੍ਰੋਫੈਸਰ ਬਲਜਿੰਦਰ ਕੌਰ, ਇਹਨਾਂ ਦੋਹਾਂ ਦੇ ਵਿੱਚੋਂ ਇੱਕ ਨੂੰ ਸਪੀਕਰ ਬਣਨ ਦਾ ਮੌਕਾ ਮਿਲ ਜਾਣਾ। ਪਰ ਨਹੀਂ, ਹੁਣ ਕੁਲਤਾਰ ਸਿੰਘ ਸੰਧਵਾਂ ਪੰਜਾਬ ਦੇ ਨਵੇਂ ਸਪੀਕਰ ਹੋਣਗੇ। ਇਹਦੇ ਬਾਬਤ ਜਾਣਕਾਰੀ ਮਿਲ ਚੁੱਕੀ ਹੈ। ਸੋ ਆਸ ਕਰਦੇ ਹਾਂ ਕਿ ਨਵੇਂ ਬਣਨ ਵਾਲੇ ਮੰਤਰੀ ਜਾਂ ਨਵੇਂ ਬਣ ਚੁੱਕੇ ਮੰਤਰੀ ਇਹ ਵਧੀਆ ਤਰੀਕੇ ਨਾਲ ਕੰਮ ਕਰਨਗੇ, ਇਮਾਨਦਾਰੀ ਨਾਲ ਕੰਮ ਕਰਨਗੇ। ਜਿੱਥੇ ਵੀ ਔਕੜਾਂ, ਜਿੱਥੇ ਵੀ ਅੜਚਣਾਂ, ਜਿੱਥੇ ਵੀ ਚੋਰ ਮੋਰੀਆਂ, ਇਹ ਸਾਰੀਆਂ ਦੀਆਂ ਸਾਰੀਆਂ ਬੰਦ ਕਰਨਗੇ ਤੇ ਪੰਜਾਬ ਦੇ ਲੋਕਾਂ ਨੂੰ ਅਸਲ ਅਰਥਾਂ ਦੇ ਵਿੱਚ ਉਹ ਸਰਕਾਰ ਮਿਲੂ ਜਿਹੜੀ ਇੱਛਾ ਪਾਲ ਕੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ। ਕਤਾਰ ਦੇ ਵਿੱਚ ਕਈ ਹੋਰ ਚਿਹਰੇ ਵੀ ਸ਼ਾਮਲ ਆ। ਹੁਣ ਇਹ ਸਮਾਂ ਦੱਸੂਗਾ ਵੀ ਉਹਨਾਂ ਨੂੰ ਕਦੋਂ ਮੌਕਾ ਮਿਲਦਾ। 7 ਹੋਰ ਚਿਹਰੇ ਸ਼ਾਮਲ ਹੋ ਸਕਦੇ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਵਾਅਦੇ ਜਿਹੜੇ ਉਹ ਪੂਰੇ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਮੈਨੂੰ ਜ਼ਾਤੀ ਤੌਰ ਦੇ ਉੱਤੇ ਬੜਾ ਦੁੱਖ ਹੁੰਦਾ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਮਰ ਜਾਂਦੀਆਂ, ਭਾਵੇਂ ਕੁਦਰਤ ਦੀ ਕਰੋਪੀ ਹੋਵੇ, ਭਾਵੇਂ ਸੁੰਡੀ ਦਾ ਮਸਲਾ ਹੋਵੇ, ਭਾਵੇਂ ਕੋਈ ਹੋਰ ਕਾਰਨ ਹੋਵੇ, ਪਰ ਬਾਅਦ ਦੇ ਵਿੱਚ ਕਈ ਮਹੀਨੇ ਤੱਕ ਗਰਦੌਰੀਆਂ ਹੁੰਦੀਆਂ ਰਹਿੰਦੀਆਂ। ਫਿਰ ਗਰਦੌਰੀਆਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੰਦਰ ਖਾਤੇ ਹੁੰਦੀਆਂ। ਫਿਰ ਰਿਪੋਰਟ ਉਤਲੇ ਅਧਿਕਾਰੀਆਂ ਤੱਕ ਜਾਂਦੀ ਆ। ਉਹ ਪਤਾ ਨਹੀਂ ਕਿਹੜੇ ਵੇਲੇ ਸਰਕਾਰਾਂ ਤੱਕ ਭੇਜਦੇ ਆ। ਸਰਕਾਰਾਂ ਕਹਿੰਦੀਆਂ ਮੁਆਵਜ਼ਾ ਦੇਵਾਂਗੇ ਤੇ ਮੁਆਵਜ਼ਾ ਹੌਲੀ ਹੌਲੀ ਰੁੜਦਾ ਪਹੁੰਚ ਜਾਂਦਾ ਚੋਣਾਂ ਤੱਕ। ਫਿਰ ਕਹਿੰਦੇ ਵੀ ਚੋਣਾਂ ਦੇ ਮੌਕੇ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਅਸੀਂ ਮੁਆਵਜ਼ਾ ਦੇ ਕੇ ਪੰਜਾਬ ਦੀ ਕਿਸਾਨੀ ਬਚਾ ਲਈ, ਅਸੀਂ ਕਿਸਾਨੀ ਦੇ ਕਿੰਨੇ ਹਮਦਰਦ ਹਾਂ। ਪਰ ਮਿਲਿਆ ਕੱਖ ਨਹੀਂ ਹੁੰਦਾਗਾ। ਕਿਸਾਨ ਵਿਚਾਰੇ ਵਿਰਵਰ ਕਰਦੇ ਤੁਰ ਜਾਂਦੇ ਜਹਾਨੋਂ। ਇਹੀ ਕੁਝ ਹੋਇਆ ਸੀ ਜਦੋਂ ਮਾਲਵੇ ਦੇ ਵਿੱਚ ਕੁਝ ਸਮਾਂ ਪਹਿਲਾਂ ਗੁਲਾਬੀ ਸੁੰਡੀ ਦੇ ਕਰਕੇ ਨਰਮਾ ਮਰ ਗਿਆ। ਕਿਸਾਨਾਂ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਿਆ। ਤੁਸੀਂ ਸੋਚ ਕੇ ਦੇਖੋ, ਜਿਹਨੇ 60,000 ਨੂੰ ਏਕੜ ਜਾਂ 65,000 ਨੂੰ ਏਕੜ ਜਾਂ 50,000 ਨੂੰ ਏਕੜ ਜ਼ਮੀਨ ਲੈ ਕੇ ਨਰਮਾ ਬੀਜਿਆ ਹੋਵੇ ਤੇ ਉਹਦਾ ਠੇਕਾ ਵੀ ਗਿਆ, ਯਾਨੀ ਕਿ ਇੱਕ ਵੇਲੇ ਦੀ ਫਸਲ ਤਾਂ ਗਈ। ਯਾਨੀ ਕਿ ਜਿਹਨੇ 60,000 ਦੇ ਹਿਸਾਬ ਨਾਲ ਲਈ ਜ਼ਮੀਨ, ਉਹਦਾ 30,000 ਨਿਕਲ ਗਿਆ ਇੱਕ ਫਸਲ ਦੇ ਕਰਕੇ। ਉੱਤੋਂ ਬਿਜਾਈ, ਵਹਾਈ, ਬੀ, ਮਿਹਨਤ, ਸਪਰੇਅ, ਖਾਦਾਂ, ਸਾਰਾ ਕੁਝ ਪਾ ਲਓ ਤੇ ਬੰਦੇ ਦੇ ਪੱਲੇ ਕੀ ਰਿਹਾ। ਪਰ ਇਹ ਮੁਆਵਜ਼ਾ ਹਾਲੇ ਤੱਕ ਮਿਲਿਆ ਨਹੀਂ ਸੀ ਤੇ ਸੂਬੇ ਦੀ ਸਰਕਾਰ ਦੇ ਵੱਲੋਂ ਪੈਂਦੀ ਸੱਟੇ 1 ਅਰਬ 1 ਕਰੋੜ ਤੇ ਕੁਝ ਹਜ਼ਾਰ ਰੁਪਈਆਂ ਦਾ ਮੁਆਵਜ਼ਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਮੈਨੂੰ ਜ਼ਾਤੀ ਤੌਰ 'ਤੇ ਗੱਲ ਚੰਗੀ ਲੱਗੀ ਹੈ ਕਿ ਬਿਨਾਂ ਵੇਲਾ ਗਵਾਏ ਇਹ ਕੰਮ ਕਰਨੇ ਹੀ ਚਾਹੀਦੇ ਹਨ ਤੇ ਕਰਦੇ ਹੀ ਰਹੋ। ਇਹਦੀ ਅਸੀਂ ਕਾਮਨਾ ਹਮੇਸ਼ਾ ਕਰਦੇ ਹਾਂ। ਬਹੁਤ ਸਾਰੇ ਲੋਕ ਮੈਨੂੰ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਤੁਹਾਡੀ ਕੀ ਰਾਏ ਆ। ਮੈਂ ਇੱਕੋ ਗੱਲ ਕਰਦਾ, ਮੇਰੀ ਰਾਏ ਆਸਬੰਦੀ ਵਾਲੀ ਹੈ।
जिस दिन मेरी आस तिड़कूगी उस दिन मैं इत्थे बैठ के गल कहूँगा कि आम आदमी पार्टी ने निखिद्ध काम किया। लानत भी पावांगे इत्थे बैठ के जेकर सिफत अज कर रहे हैं इत्थे बैठ के। आम आदमी पार्टी होवे जां कोई होर सियासी पार्टी होवे, उन्हां दा निजी तौर ते फर्ज बनदा कि लोकां ने तुहानूं चुनिया क्यों आ, इस गल दा एहसास लगातार पाल के रखना। सो जिस तरीके दे नाल आम आदमी पार्टी दे वल्लों अज 3-4 दिन की उम्र हुई आम आदमी पार्टी की सरकार की, सो आस करते हैं कि शायद लोगों दी उम्मीदां ते खरी उतरूगी। पहला इस रिपोर्ट का वेरवा तो फिर करांगे टिप्पणी। पंजाब के मुख्यमंत्री भगवंत मान ने किसानों के हक दे विच वड्डा फैसला लिया। किसानों की फसल जो कि गुलाबी सुंडी करके बर्बाद हुई सी, उस फसल का रहिंदा करोड़ों रुपये का मुआवजा जारी कर दिता गया। ये जानकारी मानसा तो विधायक डॉक्टर विजय सिंगला ने सोशल मीडिया राਹੀਂ दी है। विजय सिंगला ने सोशल मीडिया फेसबुक के उत्ते पोस्ट साझी की है, जिहदे विच लिखिया कि तुहाडी अपनी सरकार दे पहले ही दिन गुलाबी सुंडी करके खराब हुई नरमे की फसल का बाकी रहिंदा ते नरमे की चुगाई का 1,01,39,45,087 रुपये का मुआवजा सरकार वालों मानसा जिले में जारी कर दिता गया। मैं हल्के के लोगों को यकीन दिवाउणा कि आने वाले समय के उन्होंने किसी भी तरह की मुश्किल का सामना नहीं करना पवेगा। उन्होंने अगे लिखा कि मैं जनता को यह भी भरोसा दिवाउणा कि अगे तो भी असीं तुहाडे नाल खड़े रहांगे। कुलतार सिंह संधवा ने कहा कि पिछली सरकार ने इसका ऐलान किया सी पर मुआवजा राशि जारी नहीं सी की। हुण भगवंत मान सरकार ने 100 करोड़ की राशि जारी की है। आप सरकार ने गुलाबी सुंडी दे नाल बर्बाद हुई फसल वास्ते मुआवजा जारी करके किसी के उत्ते एहसान नहीं किया, पर पिछली सरकार ने इस संबंधी सिर्फ फोकी इश्तिहारबाजी की सी, पर अमली जामा आप दी सरकार ने निभाया। सो आप सरकार लोकां नाल कीते सारे वादे ते गरंटियां नूं पूरा करेगी। इस खबर के उत्ते टिप्पणी करना दोस्तों, पहली गल तो असीं कहांगे अज इस रिपोर्ट नूं पढ़ के कि गुलाबी सुंडी दे करके मारे गए नरमे, बर्बाद होए नरमे दा बाकी रहिंदा मुआवजा जिहड़ा वो सूबे की नवीं सरकार दे वल्लों जारी किया गया, तो मेरियां अखां दे मूहरे वो बोर्ड आउण लग पे आ जिहड़े कि मालवे के वख-वख पिंडां ते कस्बियां ते शहरां दे विच लगे सी। उन्हां बोर्डां दे उत्ते लिखिया सी कि गुलाबी सुंडी करके बर्बाद होए नरमे दा मुआवजा किसानां नूं दे दिता गया, जारी कर दिता गया। मैनूं हैरानी हुई इस गल की कि जेकर उदों मुआवजा दे दिता गया तो फिर अज वाला मुआवजा क्यों दिता गया, क्योंकि उदों मुआवजा दिता ही नहीं गया। उदों मुआवजा भी इवें ही दिता गया जिवें कि 36,000 कच्चे कामे पक्के कर दिते गए। 36,000 कच्चे कामे पक्के करते इहदी गल कह दी, पर बाद दे विच ये गल किसी ने दसी नहीं कि जिहड़ी फाइल है चरणजीत सिंह चन्नी सरकार की, ये जाके जदों पहुंची राजपाल दे कोल ते राजपाल ने उत्ते दस्तखत नहीं कीते, क्योंकि इहदे विच कई तरह दीयां खामियां, कई तरह दीयां ऊणताइयां सी। तुहाडी फाइल हाले राह दे विच डिक डोले खांदी फिरदी है तो तुसीं वड्डे वड्डे आदमकद बोर्ड लाते। ये किहड़ा बापू की जेब दे विचों लाए सी, ये भी पंजाब दे लोकां दा पैसा बर्बाद किया गया सी। 36,000 कच्चे मुलाजम पक्के करते, जे पक्के करते आ तो फिर तुसीं ये क्यों नहीं सोचते भी 36,000 का झूठ बोलिया 37,000 के फर्क नाल लोकां ने हराता। मतलब ये है भी तुसीं कहनी ते करनी दे पूरे नहीं सी। उन्हां बोर्डां वाली गल गुलाबी सुंडी दे मुआवजे वाली सी। गुलाबी सुंडी करके आखे नरमा मर गया, असीं किसानां वास्ते मुआवजा जारी करता, तो मिलिया किहड़े किसान नूं मुआवजा ये दसो। ਜਿਹੜੇ खेत ਦੇ ਵਿੱਚ ਚੰਨੀ ਸਾਹਿਬ ਸਭ ਤੋਂ ਪਹਿਲਾਂ ਗਏ ਸੀ ਉਸ ਕਿਸਾਨ ਨੇ ਵੀ ਆਪਣਾ ਦੁੱਖੜਾ ਰੋਇਆ ਸੀ ਵੀ ਮਿਲਿਆ ਭਾਈ ਮੈਨੂੰ ਵੀ ਕੱਖ ਨਹੀਂ। ਉਸ ਤੋਂ ਬਾਅਦ ਮੀਡੀਆ ਨੇ ਉਹਦੀ ਕਵਰੇਜ ਕੀਤੀ, ਬਾਅਦ ਦੇ ਵਿੱਚ ਗੱਲ ਫੇਰ ਆਈ ਗਈ ਹੋਗੀ। ਪਰ ਨਵੀਂ ਸਰਕਾਰ ਤੋਂ ਆਸ ਕਰਨੀ ਬਣਦੀ ਹੈ ਕਿ ਸ਼ਾਇਦ ਇਹ ਲੋਕਾਂ ਦੀ ਉਮੀਦ ਨੂੰ ਬੂਰ ਲਾਊਗੀ। ਨਵੀਂ ਸਰਕਾਰ ਨੇ ਜਿਹੜਾ ਬਾਕੀ ਰਹਿੰਦਾ ਮੁਆਵਜ਼ਾ ਉਹ ਜਾਰੀ ਕਰਕੇ बहुत चंगी गल की है, सिफत करनी बनती है। तो भविख दे विच भी भगवंत मान सरकार इवें ही किसान पक्षी, मजदूर पक्षी, व्यापारी पक्षी काम करती रहे, यदि असीं कामना करते। पर एक गल होर दसनी बनती है, पंजाब के कुछ विधायक आ जिहड़े उस समय के उत्ते पिछले 3-4 दिनां दे विच चर्चा दे विच आए आ, उन्होंने वख-वख थावां ते जाके छापे मारे आ, विवाद खड़ा होया। कई थावां दे उत्ते विधायक थोड़ा जिहा तत्ता भी बोले आ, विधायकों के टब्बर के जी भी कई थावां ते दबके मार के आए आ। ये गल माड़ी आ। इस गल तो बाद पता लगा जी कि दिल्ली हाई कमान के वलों तो पंजाब की सीनियर लीडरशिप के वलों पंजाब के विधायकों को ट्यूशन दी जानी है। आउंदे दिनां दे विच मालवा, माझा ते दुआबा खेत्र जिहड़े कुछ विधायक आ उन्होंने ट्यूशन देण दा काम चलना, तां जो ये दस्सिया जावे जी कि 5 साल दे विच आपां किवें करना, 5 साल दे विच आपां की करना, की अपने एजेंडे आ, किवें लोकां दे विच विचरना। बहुत वड्डियां उम्मीदां दे नाल मुलाजम भी उन्हां दे विच शामिल है कि मुलाजमां ने भी वोटां पाईआं, भी गल चेते रखनी चाहिदी है। दबका नहीं मारना, तर्क नाल गल करनी है। जेकर थाणे दे विच कोई काम सही नहीं हुंदा, SSP तक गल पहुँचा के सख्ती वरती जाए तां जो थाणिਆਂ ਦੇ ਵਿੱਚ ਕੰਮ सही तरीके नाल होवे।
ਜੇਕਰ ਸਕੂਲਾਂ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਨਹੀਂ ਹੁੰਦਾ, ਉਹਦੇ ਲਈ ਸੰਬੰਧਿਤ ਅਧਿਕਾਰੀਆਂ ਨੂੰ ਗੱਲ ਕਹੀ ਜਾਵੇ ਕਿ ਭਾਈ ਤੁਸੀਂ ਜਵਾਬਦੇਹ ਹੈਗੇ ਆ। ਜੇਕਰ ਹਸਪਤਾਲਾਂ ਦੇ ਵਿੱਚ ਮਾੜੀ ਕਾਰਗੁਜ਼ਾਰੀ ਹੈ, ਉਹਨਾਂ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਜਾਵੇ ਕਿ ਭਾਈ ਅਸੀਂ ਤੁਹਾਡੇ ਕੋਲੋਂ ਉੱਤਰ ਲੈਣਾ। ਪਰ ਜੇਕਰ ਮੁਲਾਜ਼ਮਾਂ ਨੂੰ ਸਿੱਧੇ ਜਾ ਕੇ ਦਬਕੇ ਮਾਰੇ ਜਾਣਗੇ, ਅਸਭਿਅਕ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ, ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ ਤੇ ਮਸਲੇ ਹੱਲ ਕਰਵਾਉਣੇ ਆ, ਲੋਕ ਤੋੜਨੇ ਵੀ ਨਹੀਂ। ਪਰ ਇਹ ਵੀ ਨਹੀਂ ਕਿ ਆਪਾਂ ਕੰਮ ਨਾ ਕਰਵਾਈਏ, ਲੋਕਾਂ ਦੇ ਪ੍ਰਤੀ ਜਵਾਬਦੇਹੀ ਜ਼ਰੂਰ ਰੱਖਣੀ ਹੈ। ਪਰ ਗੱਲ ਇਹ ਹੈ ਕਿ ਆਪਾਂ ਪਿਆਰ ਦੇ ਨਾਲ ਕੰਮ ਲੈਣਾ। ਇਹ ਨਾ ਹੋਵੇ ਕਿਤੇ ਕੱਲ ਨੂੰ ਵਿਰੋਧੀ ਪਾਰਟੀਆਂ ਦੇ ਕੋਲੇ ਮੌਕਾ ਆ ਜੇ ਵੀ ਆਹ ਦੇਖੋ ਜੀ ਇਹਨਾਂ ਨੇ ਹੁਣੇ ਦਬਕੇ ਮਾਰਨੇ ਸ਼ੁਰੂ ਕਰਤੇ ਆ। SYL ਦਾ ਜਿੰਨ ਇੱਕ ਵਾਰ ਫਿਰ ਬੋਤਲ ਦੇ ਵਿੱਚੋਂ ਬਾਹਰ ਨਿਕਲਿਆ ਆ। ਮੈਂ ਬਹੁਤ ਵਾਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ SYL ਉਹ ਮੁੱਦਾ ਜਿਹੜਾ ਹੱਲ ਹੋਇਆ ਨਹੀਂ, ਤੇ ਮੈਨੂੰ ਲੱਗਦਾ ਨਹੀਂ ਕਿ ਛੇਤੀ ਕਿਤੇ ਹੱਲ ਹੋਊਗਾ ਵੀ, ਕਿਉਂਕਿ ਇਸ ਮੁੱਦੇ ਦੇ ਉੱਤੇ ਬਸ ਉਹੀ ਲਿਚਕੜਿਚੀਆਂ ਐਂ ਕੰਮ ਚੱਲਦਾ ਰਿਹਾ ਤੇ ਇਉਂ ਹੀ ਪਤਾ ਨਹੀਂ ਕਿੰਨੀ ਦੇਰ ਹੋਰ ਕੰਮ ਚੱਲਦਾ ਰਹੂਗਾ। ਮੈਂ ਅਕਸਰ ਇਹ ਸੋਚਦਾ ਹੁੰਦਾ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਯਾਰ SYL ਦਾ ਮੁੱਦਾ ਚੁੱਕਿਆ ਜਾਊਗਾ, ਭਗਵੰਤ ਮਾਨ ਨੂੰ ਕਿਉਂ ਨਾ ਫਸਾਇਆ ਜਾਊਗਾ। ਇਸ ਮੁੱਦੇ ਤੋਂ ਵਧੀਆ ਮੁੱਦਾ ਹੋਰ ਕੋਈ ਹੋਣਾ ਹੀ ਨਹੀਂ। ਤੇ ਇਹੀ ਗੱਲ ਹੋਈ ਪਰਸੋਂ ਹੋਲੀ ਖੇਡਦਿਆਂ ਇੱਕ ਟਿੱਕਾ ਮਨੋਹਰ ਲਾਲ ਖੱਟੜ ਹੋਰਾਂ ਨੇ ਭਗਵੰਤ ਮਾਨ ਦੇ ਮੱਥੇ ਤੇ ਲਾਇਆ, ਭਗਵੰਤ ਮਾਨ ਨੇ ਉਹਨਾਂ ਦੇ ਲਾਇਆ। ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਿਸ਼ਟਾਚਾਰ ਦੇ ਨਾਤੇ ਮਿਲੇ ਆਪਸ ਦੇ ਵਿੱਚ, ਰੰਗਾਂ ਵਾਂਗੂ ਸਾਨੂੰ ਇਹ ਲੱਗਾ ਕਿ ਇੱਕਮਿਕ ਹੋ ਗਏ ਆ। ਜਿਵੇਂ ਰੰਗ ਕਿਹੜੇ ਰੰਗ ਦੇ ਵਿੱਚ ਮਿਲ ਗਿਆ ਪਤਾ ਨਹੀਂ ਲੱਗਦਾ। ਵੈਸੇ ਤਾਂ ਜ਼ਿੰਦਗੀ ਦੇ ਵਿੱਚ ਉਵੇਂ ਰੰਗਾਂ ਦੀ ਗਾਗਰ ਵਰਗੀ ਜ਼ਿੰਦਗੀ ਹੋਣੀ ਚਾਹੀਦੀ ਹੈ ਤੇ ਇਸ ਗਾਗਰ ਦੇ ਵਿੱਚ ਕਿਤੇ ਮੋਰੀ ਨਹੀਂ ਹੋਣੀ ਚਾਹੀਦੀ ਥੱਲੜੇ ਪਾਸੇ। ਪਰ ਜਿਸ ਤਰੀਕੇ ਦੇ ਨਾਲ ਹੋਲੀ ਖੇਡ ਕੇ ਰੰਗਾਂ ਦੀ ਸਾਂਝ ਪਾ ਕੇ ਤੇ ਮਨੋਹਰ ਲਾਲ ਖੱਟੜ ਨੇ ਉਹੀ ਗੱਲ ਫੇਰ ਕਰਤੀ, ਆਖੇ ਜੀ ਇਹ ਦੱਸੋ ਕਿ ਪੰਜਾਬ ਦਾ ਪਾਣੀ ਕਦੋਂ ਦਿੱਲੀ ਤੇ ਹਰਿਆਣੇ ਨੂੰ ਮਿਲੂਗਾ। SYL ਦੇ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ? ਇਹ ਤਾਂ ਜੀ ਕੰਮ ਹੋਣਾ ਚਾਹੀਦਾ। ਇਸ ਮਾਮਲੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਕਿ ਭਗਵੰਤ ਮਾਨ ਦਾ ਇਸ ਮਾਮਲੇ ਤੇ ਸਟੈਂਡ ਕੀ ਹੈ, ਦਿੱਲੀ ਦੀ ਸਰਕਾਰ ਦਾ ਸਟੈਂਡ ਕੀ ਹੈ। ਇਹ ਦੱਸਿਆ ਜਾਵੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਕੀ ਇਸ ਮਾਮਲੇ ਦੇ ਉੱਤੇ ਕਰਨਗੇ। ਤੇ ਉਹੀ ਗੱਲ ਹਾਲੇ ਤੱਕ ਉੱਤਰ ਕੋਈ ਨਹੀਂ ਆਇਆ। ਉਹੀ ਗੱਲ ਫਸਾਉਣ ਦੀ ਪੂਰੀ ਕੋਸ਼ਿਸ਼ ਹੈ। ਉਹੀ ਗੱਲ ਜਿਹੜੀ ਅੱਜ ਤੱਕ ਹੱਲ ਨਹੀਂ ਹੋਈ ਉਹ ਭਗਵੰਤ ਮਾਨ 4 ਦਿਨਾਂ ਦੇ ਵਿੱਚ ਹੱਲ ਕਰੇ। ਇਹਦੀਆਂ ਹੁਣ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਨਵੀਂ ਸਰਕਾਰ ਆਈ ਹੈ, ਇਹਦੇ ਉੱਤੇ ਪ੍ਰੈਸ਼ਰ ਹੀ ਇੰਨਾ ਪਾ ਦਿਓ ਵੀ ਭਾਈ ਆ ਵੀ ਨਹੀਂ ਹੁੰਦਾ, ਲੋਕਾਂ ਦੀ ਨਜ਼ਰ ਦੇ ਵਿੱਚ ਸਵਾਲ ਬਣ ਜਾਣ, ਸਵਾਲ ਖੜੇ ਹੋ ਜਾਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ SYL ਦਾ ਜਿੰਨ ਫਿਰ ਤੋਂ ਬਾਹਰ ਆ ਗਿਆ। ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਬਿਆਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦਾ ਹਾਂ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਸਾਹਮਣੇ ਮਜ਼ਬੂਤੀ ਨਾਲ ਇਹ ਜਵਾਬ ਦੇਣ ਕਿ ਉਹ SYL ਨਿਰਮਾਣ ਦੀ ਗੱਲ ਤੇ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਗੱਲ ਨਾ ਕਹਿਣ। ਦਿੱਲੀ ਸਰਕਾਰ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈ। ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਚਿੰਤਾਜਨਕ ਹੈ। ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨ ਤੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਚੁੱਕਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਹੁਣ ਦੋਹਰੀ ਜਵਾਬਦੇਹੀ ਹੈ, ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਤੇ ਦਿੱਲੀ ਨੂੰ ਪਾਣੀ ਦੇਣਾ। ਸੋ SYL ਦੇ ਲਈ ਪਾਣੀ ਦੇਣ ਦੀ ਉਹਨਾਂ ਦੀ ਜਵਾਬਦੇਹੀ ਵੱਧ ਹੈ, ਕਿਉਂਕਿ ਹੁਣ ਦੋਵੇਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹਰਿਆਣਾ ਤੇ ਪੰਜਾਬ ਦਰਮਿਆਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕਾਫੀ ਪੁਰਾਣਾ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਕੋਰਟ ਨੇ ਫੈਸਲਾ ਹਰਿਆਣਾ ਦੇ ਪੱਖ ਦੇ ਵਿੱਚ ਸੁਣਾਇਆ, ਪਰ ਪੰਜਾਬ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਸ ਤੇ ਸਿਆਸਤ ਸ਼ੁਰੂ ਹੋਈ ਹੈ। ਦੋਨਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਪੰਜਾਬ ਦੇ ਵਿੱਚ ਤਾਂ ਨਹਿਰ ਵਾਸਤੇ ਲਈ ਗਈ ਕਿਸਾਨਾਂ ਦੀ ਜ਼ਮੀਨ ਵੀ ਵਾਪਸ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਪੰਜਾਬ ਤੋਂ ਪਾਣੀ ਲਈ 212 ਕਿਲੋਮੀਟਰ ਲੰਮੀ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਫੈਸਲਾ ਹੋਇਆ ਸੀ। ਹਰਿਆਣਾ ਨੇ ਆਪਣੇ ਹਿੱਸੇ ਦੀ 91 ਕਿਲੋਮੀਟਰ ਨਹਿਰ ਦਾ ਨਿਰਮਾਣ ਪੂਰਾ ਕਰ ਲਿਆ, ਪਰ ਪੰਜਾਬ ਨੇ ਵਿਵਾਦ ਦੀ ਵਜ੍ਹਾ ਕਰਕੇ ਨਹਿਰ ਦਾ ਨਿਰਮਾਣ ਨਹੀਂ ਕੀਤਾ। ਕਿਸਾਨ ਅੰਦੋਲਨ ਦੌਰਾਨ ਵੀ ਹਰਿਆਣਾ ਦੀ ਭਾਜਪਾ ਸਰਕਾਰ ਨੇ SYL ਦਾ ਮੁੱਦਾ ਚੁੱਕਿਆ, ਪਰ ਕਿਸਾਨਾਂ ਨੇ ਇਸ ਮੁੱਦੇ ਨੂੰ ਬਹੁਤੀ ਤਵੱਜੋ ਨਹੀਂ ਸੀ ਦਿੱਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਮੁੱਦਾ ਸਦਾਬਹਾਰ ਇਸ ਤਰੀਕੇ ਨਾਲ ਬਣਿਆ ਹੋਇਆ ਕਿ ਨਾ ਇਹਦਾ ਕਿਸੇ ਨੇ ਹੱਲ ਕੱਢਣ ਦੇ ਲਈ ਕਦੇ ਤਵੱਜੋ ਕੀਤੀ ਹੈ ਤੇ ਨਾ ਹੀ ਭਵਿੱਖ ਦੇ ਵਿੱਚ ਸ਼ਾਇਦ ਕੁਝ ਹੋਵੇ। ਅਸੀਂ ਚਾਹੁੰਦੇ ਹਾਂ ਕਿ ਇਸ ਮੁੱਦੇ ਦਾ ਹੱਲ ਪੰਜਾਬ ਪੱਖੀ ਨਿਕਲੇ, ਪੱਕੇ ਤੌਰ ਤੇ ਹੱਲ ਨਿਕਲੇ। ਇਹ ਨਹੀਂ ਵੀ ਥਾਲੀ ਦੇ ਬੈਂਗਣ ਵਾਂਗੂ ਕਦੇ ਕੋਈ ਕਿਹੜੇ ਪਾਸੇ ਕਦੇ ਕੋਈ ਕਿਹੜੇ ਪਾਸੇ। ਇਸ ਮੁੱਦੇ ਦੇ ਉੱਤੇ ਢੁਕਵੀਂ ਗੱਲ ਹੋਵੇ, ਰਾਜਨੀਤੀ ਨਾ ਹੋਵੇ। ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਕੁਝ ਮੁੱਦੇ ਸਦਾਬਹਾਰ ਇਹੋ ਜਿਹੇ ਬਣਾ ਦਿੱਤੇ ਗਏ ਆ ਜਿਨ੍ਹਾਂ ਦਾ ਕਦੇ ਕਿਸੇ ਸਿਆਸੀ ਪਾਰਟੀ ਨੇ ਅੱਜ ਤੱਕ ਦਹਾਕਿਆਂ ਬੱਧੀ ਸਮਾਂ ਨਿਕਲਣ ਦੇ ਬਾਵਜੂਦ ਹੱਲ ਨਹੀਂ ਕੱਢਿਆ। ਉਹਦੇ ਵਿੱਚ ਇੱਕ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਗੱਲ ਵੀ ਹੈ। ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ 84 ਤੋਂ ਬਾਅਦ।
ਇਹ ਦੱਸੋ ਵੀ ਹੁਣ ਤੱਕ ਉਹਨਾਂ ਪੀੜਤ ਪਰਿਵਾਰਾਂ ਦੀ ਬਾਤ ਪੁੱਛੀ ਕਿਉਂ ਨਹੀਂ? ਜੇ ਪੁੱਛੀ ਹੈ ਤਾਂ ਅੱਧੀ ਅਧੂਰੀ ਕਿਉਂ ਪੁੱਛੀ ਹੈ? ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਿਆਸੀ ਧਿਰ ਇਹ ਗੱਲ ਕਹੂਗੀ ਭਗਵੰਤ ਮਾਨ ਸਰਕਾਰ ਆਹ ਕਿਉਂ ਨਹੀਂ ਕਰਦੀ, ਉਹਨਾਂ ਦੇ ਮੂਹਰੇ ਸਵਾਲਾਂ ਦਾ ਪਹਾੜ ਖੜਾ ਹੋਊਗਾ ਵੀ ਤੁਸੀਂ ਹੁਣ ਤੱਕ ਕੀ ਕੀਤਾ, ਤੁਸੀਂ ਡਰਾਮੇਬਾਜ਼ੀ ਕਿਹੜੀ ਗੱਲੋਂ ਕੀਤੀ ਹੈ? ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੋ ਕੇ ਰਹਿਣਗੇ ਤੇ ਫਿਰ ਤੁਸੀਂ ਹੁਣ ਤੱਕ ਕੀਤਾ ਕੀ ਹੈ? ਤੁਸੀਂ ਹੁਣ ਤੱਕ ਬੋਲੇ ਕਿਉਂ ਨਹੀਂ? ਇਹ ਵੀ ਸਵਾਲ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਦੇ ਮੂਹਰੇ ਖੜਾ ਕਰਨਗੇ, ਵਿਰੋਧੀ ਸ਼ਰੀਕ ਖੜਾ ਕਰਨਗੇ। ਤੇ ਹੁਣ ਜਿਹੜਾ ਕਰਨਾ ਸੀ ਉਹ ਕਰ ਹੀ ਦਿੱਤਾ ਕਿ SYL ਦੇ ਮਾਮਲੇ ਦੇ ਉੱਤੇ ਆਹ ਕੁਝ ਕਿਉਂ ਨਹੀਂ ਕਹਿੰਦੇ? ਭਗਵੰਤ ਮਾਨ ਚੁੱਪ ਤੋੜੇ, ਭਗਵੰਤ ਮਾਨ ਨੂੰ ਘੇਰਾ ਪਾਇਆ ਖੱਟੜ ਹੋਰਾਂ ਨੇ। ਹਾਲੇ ਤਾਂ ਕਾਂਗਰਸੀ ਵੀ ਬੋਲਣਗੇ, ਪਰ ਇੱਕ ਗੱਲ ਚੇਤੇ ਜ਼ਰੂਰ ਰੱਖਿਓ ਕਿ ਜਿਹੜੀ SYL ਆ, ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਆ, ਇਹਦੀ ਖੁਦਾਈ ਜਦੋਂ ਹੋਣੀ ਸੀ, ਜਦੋਂ ਇਹਦੀ ਸ਼ੁਰੂਆਤ ਹੋਣੀ ਸੀ, ਚਾਂਦੀ ਦੀ ਕਹੀ ਕਿਹਨੇ ਫੜਾਈ ਸੀ? ਟੱਕ ਲਾਉਣ ਦੇ ਲਈ ਚਾਂਦੀ ਦੀ ਕਹੀ ਜਿਹਨੇ ਫੜਾਈ ਸੀ, ਅੱਜ ਉਹ ਸਾਬਕਾ ਮੁੱਖ ਮੰਤਰੀ ਆ। ਤੇ ਉਸ ਮੁੱਖ ਮੰਤਰੀ ਨੇ, ਸਾਬਕਾ ਮੁੱਖ ਮੰਤਰੀ ਨੇ ਕਿੰਨੇ ਕੁ ਪੰਜਾਬ ਪੱਖੀ ਕੰਮ ਕੀਤੇ ਤੇ ਕਿੰਨੇ ਕੁ ਬਾਅਦ ਦੇ ਵਿੱਚ SYL ਦੇ ਮਾਮਲੇ ਤੇ ਸਟੈਂਡ ਲਏ ਆ, ਇਹਦੇ ਬਾਰੇ ਵੀ ਆਪਾਂ ਜਾਣਦੇ ਹਾਂ। ਕਿਸੇ ਨੇ ਚਾਂਦੀ ਦੀ ਕਹੀ ਫੜਾਈ ਆਪਦੇ ਸਵਾਰਥ ਦੇ ਲਈ ਤੇ ਕਿਸੇ ਨੇ ਜ਼ਮੀਨ ਦੇਣ ਦੀ ਗੱਲ ਕਰਕੇ ਕਰੋੜਾਂ ਰੁਪਈਆ ਲੈ ਲਿਆ ਤੇ ਲੋਕ ਸਾਰਾ ਕੁਝ ਜਾਣਦੇ ਆ ਤੇ ਡਰਾਮੇਬਾਜ਼ੀ ਇਹ ਪਤਾ ਨਹੀਂ ਕਿੰਨਾ ਚਿਰ ਹੋਰ ਚੱਲਣੀ ਆ। ਸੋ ਭਗਵੰਤ ਮਾਨ ਦੀ ਸਰਕਾਰ ਤੇ ਇਸ ਵਕਤ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਵੀ ਸਰਕਾਰ, ਹੁਣ ਇਹਨਾਂ ਦੋਵਾਂ ਦੇ ਲਈ ਇੱਕ ਤਾਲਮੇਲ ਕਰਕੇ ਸਾਂਝਾ ਇੱਕ ਯਤਨ, ਸਾਂਝੀ ਇੱਕ ਸੋਚ, ਸਾਂਝਾ ਇੱਕ ਬਿਆਨ ਜਾਂ ਸਾਂਝਾ ਇੱਕ ਉਦਮ ਕਰਨਾ ਚਾਹੀਦਾ ਕਿ ਭਾਈ ਅਸੀਂ ਇਸ ਮਾਮਲੇ ਤੇ ਸਟੈਂਡ ਕੀ ਲੈਣਾ। ਕੇਜਰੀਵਾਲ ਸਾਹਿਬ ਦੇ ਉੱਤੇ ਵੀ ਕਈ ਵਾਰ ਦੋਸ਼ ਲੱਗੇ ਕਿ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਪਾਣੀ ਦੀ ਗੱਲ ਕਹਿੰਦੇ ਵੀ ਬੂੰਦ ਨਹੀਂ ਦੇਣੀ ਕਿਸੇ ਪਾਸੇ, ਤੇ ਦਿੱਲੀ ਪਹੁੰਚ ਕੇ ਉਹ ਕਹਿੰਦੇ ਵੀ ਭਾਈ ਬੂੰਦ ਲੈ ਕੇ ਹਟਾਂਗੇ, ਪਾਣੀ ਲੈ ਕੇ ਹਟਾਂਗੇ। ਇੱਦਾਂ ਨਹੀਂ ਕਰਨਾ ਚਾਹੀਦਾ। ਹੁਣ ਦੋਨੋਂ ਪਾਸੇ ਉਹਨਾਂ ਦੀ ਸਰਕਾਰ ਆ, ਪੰਜਾਬ 'ਚ ਵੀ ਦਿੱਲੀ 'ਚ ਵੀ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਸਟੈਂਡ ਲੈਣਾ ਪਊਗਾ। ਪਰ ਜਿਹੜੇ ਲੋਕ ਹੁਣੇ ਕਹਿਣਗੇ ਵੀ ਉੱਤਰ ਦੇ, ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਆਪ ਜੀ ਵੀ ਥੋੜ੍ਹੇ ਜਿਹੇ ਠੰਡੇ ਰਹੋ, ਇੰਨੀ ਛੇਤੀ ਉੱਤਰ ਵੀ ਨਾ ਮੰਗੋ ਤੇ ਇੰਨੀ ਛੇਤੀ ਉੱਤਰ ਦੇਣਾ ਵੀ ਨਹੀਂ ਚਾਹੀਦਾ ਤੇ ਉੱਤਰ ਮਿਲਣਾ ਵੀ ਨਹੀਂਗਾ। ਉਹਦਾ ਕਾਰਨ ਇਹ ਆ ਵੀ ਇੰਨੀ ਛੇਤੀ ਦਾ ਹਾਲੇ ਸਿਸਟਮ ਸਮਝਣ ਦੇ ਵਿੱਚ ਲੱਗਣਾ, ਕਿਉਂਕਿ ਪੰਜਾਬ ਦੇ ਮੰਤਰੀਆਂ ਨੇ ਅੱਜ ਸਹੁੰ ਚੁੱਕਣੀ ਆ ਤੇ ਪੰਜਾਬ ਦੀ ਸਰਕਾਰ ਬਣੀ ਨੂੰ ਕੁਛ ਦਿਨ ਹੋਏ ਆ, ਹਫ਼ਤਾ ਪੂਰਾ ਨਹੀਂ ਹੋਇਆ। ਪੰਜਾਬ ਦੇ ਵਿੱਚ ਨਤੀਜੇ ਹੁਣੇ ਆਏ ਆ ਤੇ ਆਪਾਂ ਤਾਜ਼ੀ ਸਰਕਾਰ ਨੂੰ ਘੇਰਨ ਦੀ ਥਾਂ ਦੇ ਉੱਤੇ ਇਹ ਪਹਿਲਾਂ ਵੇਖੀਏ ਵੀ ਇਹ ਚੌਂ ਪਾਸੇ ਕਿਹੋ ਜਿਹੇ ਕੰਮ ਕਰਦੇ ਆ। ਜੇਕਰ ਨਿਖਿੱਧ ਕੰਮ ਕੀਤੇ ਫਿਰ ਘੇਰਾ ਰਲ ਮਿਲ ਕੇ ਪਾਵਾਂਗੇ ਤੇ ਜੇਕਰ ਚੰਗੇ ਕੰਮ ਕੀਤੇ ਤਾਂ ਫਿਰ ਸਿਫਤ ਵੀ ਰਲ ਮਿਲ ਕੇ ਕਰਨੀ ਚਾਹੀਦੀ ਹੈ। ਪਰ SYL ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ, ਇਸ ਮੁੱਦੇ ਦੇ ਕਰਕੇ ਸਰਕਾਰਾਂ ਹੁੰਦੀਆਂ ਜਾਂਦੀਆਂ ਵੀ ਰਹੀਆਂ, ਹਿਲਦੀਆਂ ਵੀ ਰਹੀਆਂ। ਹੁਣ ਦੇਖੋ ਐਤਕੀ ਕੀ ਬਣਦਾ। ਪੰਜਾਬ ਦੇ ਵਿੱਚ ਸਿਹਤ ਢਾਂਚੇ ਦਾ ਹਾਲ ਕਿਹੋ ਜਿਹਾ ਆਪਾਂ ਜਾਣਦੇ ਹਾਂ, ਪਰ ਸੁੱਖ ਦਾ ਅਹਿਸਾਸ ਵਾਲੀ ਗੱਲ ਹੈ ਕਿ ਵੱਖ-ਵੱਖ ਸਿਵਲ ਸਰਜਨਾਂ ਨੂੰ ਤੇ ਮੈਡੀਕਲ ਆਫੀਸਰਜ਼ ਨੂੰ ਇਹ ਗੱਲ ਕਹੀ ਗਈ ਹੈ ਕਿ ਭਾਈ ਵੇਲੇ ਸਿਰ ਆਉਣਾ ਸਭ ਨੇ ਤੇ ਡਰੈਸ ਕੋਡ ਦਾ ਖਿਆਲ ਰੱਖਣਾ। ਮੈਂ ਨਿੱਜੀ ਤੌਰ ਤੇ ਸੋਚਦਾ ਕਿ ਇੱਕ ਚੰਗੀ ਗੱਲ ਹੈ, ਇਸ ਕਰਕੇ ਕਿਉਂਕਿ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਅਸੀਂ ਕਮੀਆਂ ਪੇਸ਼ੀਆਂ ਵੇਖਦੇ ਆ। ਦੇਖੋ, ਸਾਰੇ ਅਫਸਰ, ਸਾਰੇ ਅਧਿਕਾਰੀ, ਸਾਰੇ ਸਿਵਲ ਸਰਜਨ, ਸਾਰੇ ਡਾਕਟਰ, ਸਾਰਾ ਪੈਰਾਮੈਡੀਕਲ ਸਟਾਫ, ਸਾਰੀਆਂ ਨਰਸਿਸ, ਇਹ ਨਹੀਂ ਵੀ ਆਪਾਂ ਕਹਿ ਸਕਦੇ ਵੀ ਕੰਮ ਨਹੀਂ ਕਰਦੀਆਂ। ਬਹੁਤ ਸਾਰੇ ਮੁਲਾਜ਼ਮ ਇਮਾਨਦਾਰੀ ਨਾਲ 2-2 ਘੰਟੇ ਵੱਧ ਵੀ ਲਾ ਕੇ ਜਾਂਦੇ ਆ, ਪਰ ਕੁਝ ਕੁ ਲੋਕ ਚੰਗੇ ਤੋਂ ਉਲਟ ਕਾਰਵਾਈ ਵੀ ਕਰਦੇ ਆ, ਜਿਹਦੇ ਕਰਕੇ ਸਭ ਦੇ ਉੱਤੇ ਸਾਂਝਾ ਸਵਾਲ ਖੜਾ ਹੋ ਜਾਂਦਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕਹੀ ਹੈ ਸਿਵਲ ਹਸਪਤਾਲਾਂ ਦੇ ਜਿੰਨੇ ਵੀ, ਬਾਕੀ ਹੋਰ ਹਸਪਤਾਲਾਂ ਦੇ ਜਿੰਨੇ ਵੀ ਇੰਚਾਰਜ ਹੈ ਕਿ ਵੇਲੇ ਸਿਰ ਸਭ ਨੇ ਆਉਣਾ ਤੇ ਸਭ ਨੇ ਆਪਣੀ ਕੁਰਸੀ ਤੇ ਹਾਜ਼ਰ ਰਹਿਣਾ ਤੇ ਸਭ ਨੇ ਡਰੈਸ ਕੋਡ ਦਾ ਪਾਲਣ ਕਰਨਾ। ਕਿਉਂਕਿ ਆਮ ਤੌਰ ਤੇ ਦੇਖਦੇ ਹਾਂ ਵੀ ਕੁਝ ਕੁ ਡਰੈਸ ਪਾਈ ਹੁੰਦੀ ਹੈ, ਕੁਝ ਕੁ ਮੇਰੇ ਵਰਗੇ ਜਿਹੋ ਜਿਹਾ ਝੱਗਾ ਹੱਥ ਲੱਗ ਗਿਆ ਉਹ ਪਾ ਕੇ ਆ ਜਾਂਦੇ ਆ। ਇਹ ਨਹੀਂ ਪਤਾ ਲੱਗਦਾ ਮਰੀਜ਼ ਕਿਹੜਾ ਤੇ ਇਹਦੇ ਵਿੱਚ ਸੰਭਾਲਣ ਵਾਲਾ ਕਿਹੜਾ। ਇਸ ਕਰਕੇ ਸਭ ਦੇ ਲਈ ਡਰੈਸ ਲਾਜ਼ਮੀ ਕਰ ਦਿੱਤੀ ਗਈ ਹੈ। ਤੇ ਅਗਲੀ ਗੱਲ ਕਹੀ ਗਈ ਹੈ ਵੀ ਸਾਰੇ ਦੇ ਸਾਰੇ ਜਿੰਨੇ ਟੈਸਟ ਹੋ ਸਕਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਇੱਥੇ ਹੀ ਹੋਣੇ ਚਾਹੀਦੇ ਆ। ਇਹ ਨਹੀਂ ਮਾਰ ਕੇ ਘੁੱਗੀ ਬਾਹਰੋਂ ਕਹਤਾ ਵੀ ਭਾਈ ਬਾਹਰੋਂ ਕਰਵਾ ਲਓ। ਕਈ ਤਰ੍ਹਾਂ ਦੇ ਕਈ ਥਾਵਾਂ ਤੇ ਕਾਲੇ ਮਾਲੇ ਦੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਇਹ ਵੀ ਗੱਲ ਆ ਵੀ ਸਰਕਾਰ ਦੇ ਵੱਲੋਂ ਜਿਹੜੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਉਹ ਵੀ ਵੇਲੇ ਸਿਰ ਮਰੀਜ਼ਾਂ ਨੂੰ ਮਿਲਣੀਆਂ ਚਾਹੀਦੀਆਂ, ਉਹਦੇ ਵਿੱਚ ਵੀ ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਇਹ ਨਿੱਕੇ ਉਪਰਾਲੇ ਬਹੁਤ ਵੱਡੇ ਬਣ ਸਕਦੇ ਆ। ਹਾਲੇ ਮੁੱਢਲੀ ਸਟੇਜ ਆ ਇਹਦੀ ਤੇ ਇਹ ਮੁੱਢਲੀ ਸਟੇਜ ਅੱਗੇ ਜਾ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਚਮਤਕਾਰ ਕਰਕੇ ਦਿਖਾਵੇ, ਬਹੁਤ ਵੱਡੇ ਅਸਰ ਇਹਦੇ ਦੇਖਣ ਨੂੰ ਮਿਲੇ, ਇਹਦੀ ਕਾਮਨਾ ਕਰਦੇ ਆ। ਬੜੇ ਸਾਥੀਆਂ ਦੇ ਨਾਲ ਮੈਨੂੰ ਸਿਵਲ ਹਸਪਤਾਲਾਂ ਵਿੱਚ ਜਾਣ ਦਾ ਮੌਕਾ ਮਿਲਿਆ। ਜਦੋਂ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਜਾਂਦੇ ਆ, ਇਉਂ ਜੀ ਕਰਦਾ ਵੀ ਇੱਥੇ ਹੀ ਖੱਪ ਜੀਏ, ਅਸੀਂ ਜਿਉਂਦੇ ਕਿਉਂ ਆ। ਉਹਨੂੰ ਦੇਖ ਕੇ ਇੰਨਾ ਗੰਦ ਹੁੰਦਾ ਅੰਦਰਲੇ ਪਾਸੇ ਵੀ ਉੱਥੇ ਬੀੜੀਆਂ, ਸਿਗਰਟਾਂ, ਪਿਸ਼ਾਬ ਉੱਥੇ ਇਕੱਠਾ ਹੋਇਆ ਹੁੰਦਾ, ਕੋਈ ਸਫਾਈ ਕਰਨ ਵਾਲਾ ਨਹੀਂ ਹੁੰਦਾ। ਲਾਹਨਤ ਪਾਉਣ ਨੂੰ ਜੀ ਕਰਦਾ ਵੀ ਆਹ ਸਾਡੇ ਸੂਬੇ ਦੇ ਸਰਕਾਰੀ ਹਸਪਤਾਲ ਆ। ਜੇ ਮਾੜੇ ਮੋਟੇ ਉਹ ਸਾਫ਼ ਹੁੰਦੇ ਆ ਤਾਂ ਜਿੱਥੇ ਮਰੀਜ਼ ਦਾਖਲ ਆ ਉੱਥੇ ਪੱਖੇ ਕਿਹੋ ਜਿਹੇ ਹੁੰਦੇ ਆ, ਉੱਥੇ ਫਰਸ਼ਾਂ ਕਿਹੋ ਜਿਹੀਆਂ ਹੁੰਦੀਆਂ, ਉੱਥੇ ਕੁੱਤੇ ਵੱਧ ਹੁੰਦੇ ਆ। ਕਈ ਵਾਰੀ ਮਰੀਜ਼ ਘੱਟ ਹੁੰਦੇ ਆ, ਕੁੱਤਿਆਂ ਦੀ ਗਿਣਤੀ ਵੱਧ ਹੁੰਦੀ ਹੈ। ਸੋ ਇਹਨਾਂ ਗੱਲਾਂ ਦੇ ਵੱਲ ਖਿਆਲ ਕਰੇ ਸੂਬੇ ਦੀ ਸਰਕਾਰ ਤੇ ਸੰਬੰਧਿਤ ਜਿਹੜੇ ਹਸਪਤਾਲਾਂ ਦੇ ਅਧਿਕਾਰੀ ਵੀ, ਤਾਂ ਜੋ ਅਸੀਂ ਇੱਕ ਸੋਹਣੇ ਪੰਜਾਬ ਦੀ ਸਿਰਜਣਾ ਕਰ ਸਕੀਏ, ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕੀਏ। ਬਹੁਤ ਹੋ ਗਿਆ ਘੇਸਲ ਮਾਰ ਕੇ ਰਹਿਣ ਦਾ ਸਮਾਂ, ਪਰ ਹੁਣ ਕੁਝ ਕਰਕੇ ਦਿਖਾਉਣ ਦਾ ਵੇਲਾ।
ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।